प्यारे बच्चों, इस वीडियो राਹੀਂ ਅਸੀਂ ਪੰਜਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਪੁਸਤਕ ਵਿੱਚ ਦਰਜ ਪਾਠ 11 ਪੰਛੀਆਂ ਦਾ ਗੀਤ ਪੜ੍ਹਾਂਗੇ ਅਤੇ ਅੰਤ ਵਿੱਚ ਪਾਠ ਅਭਿਆਸ ਵੀ ਹੱਲ ਕਰਾਂਗੇ। ਇਹ ਹੈ ਪੰਜਵੀਂ ਜਮਾਤ ਦੀ ਪੰਜਾਬੀ ਪੁਸਤਕ ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਹੋਇਆ ਹੈ। ਇਸ ਪੁਸਤਕ ਦੇ ਕੁੱਲ 20 ਪਾਠ ਹਨ। ਅੱਜ ਅਸੀਂ 11 ਪਾਠ ਪੰਛੀਆਂ ਦਾ ਗੀਤ ਕਵਿਤਾ ਜਿਸ ਨੂੰ ਦਰਸ਼ਨ ਸਿੰਘ ਬਨੂੜ ਨੇ ਲਿਖਿਆ ਹੈ ਪੜ੍ਹਾਂਗੇ। ਪਾਠ 11 ਪੰਛੀਆਂ ਦਾ ਗੀਤ। ਤੋਤਿਆਂ ਦੀ ਡਾਰ ਵੇਖੋ, ਤੋਤਿਆਂ ਦੀ ਡਾਰ, ਕਿਤੇ ਬੋਲਦੀ ਹੈ ਘੁੱਗੀ, ਕਿਤੇ ਨੱਚਦੀ ਹੈ ਗਿਟਾਰ। ਬੱਚਿਓ, ਜਦੋਂ ਤੋਤੇ ਇਕੱਠੇ ਹੋ ਕੇ ਉੱਡਦੇ ਹਨ ਤਾਂ ਉਸ ਨੂੰ ਡਾਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਆਲੇ ਦੁਆਲੇ ਘੁੱਗੀ ਪੰਛੀ ਹੈ, ਉਹ ਵੀ ਆਪਣੀ ਸੁਰੀਲੀ ਆਵਾਜ਼ ਬੋਲਦੀ ਹੈ। ਇਸੇ ਤਰ੍ਹਾਂ ਗਿਟਾਰ ਆਪੋ ਵਿੱਚ ਨੱਚਦੀਆਂ ਪ੍ਰਤੀਤ ਹੁੰਦੀਆਂ ਹਨ। ਕਿਤੇ ਗੁਟਕਦੇ ਨੇ ਗੋਲੇ, ਕਿਤੇ ਬੋਲਦੇ ਮਾਮੋਲੇ, ਕਿਤੇ ਬਿਜੜਾ ਵੀ ਆਲ੍ਹਣੇ ਨੂੰ ਰਿਹਾ ਹੈ ਸ਼ਿੰਗਾਰ। ਸੋ ਬੱਚਿਓ, ਜੰਗਲੀ ਕਬੂਤਰ ਉਹ ਆਵਾਜ਼ਾਂ ਆਪਣੀਆਂ ਕੱਢਦੇ ਹਨ। ਇਸੇ ਤਰ੍ਹਾਂ ਕਿਤੇ ਬਿਜੜਾ ਆਪਣੇ ਆਲ੍ਹਣੇ ਨੂੰ ਸ਼ਿੰਗਾਰ ਰਿਹਾ ਹੈ। ਕਿਤੇ ਬੱਤਕਾਂ ਦੀ ਧਾਰੀ, ਕਿਤੇ ਕੂੰਜਾਂ ਦੀ ਉਡਾਰੀ, ਕਿਤੇ ਬਗਲਾ ਭਗਤ ਖੜਾ ਇੱਕ ਲੱਤ ਭਾਰ। ਬੱਤਕਾਂ ਜਿਹੜੀਆਂ ਪਾਣੀ ਦੇ ਵਿੱਚ ਤੈਰਦੀਆਂ ਹਨ ਤਾਂ ਉਸ ਨੂੰ ਧਾਰੀ ਲਾਉਣਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕੂੰਜਾਂ ਜੋ ਕਿ ਬਹੁਤ ਉੱਚੇ ਅਸਮਾਨ ਵਿੱਚ ਉੱਡਦੀਆਂ ਹਨ, ਉਸ ਦੀ ਉੱਡਣ ਨੂੰ ਉਡਾਰੀ ਕਿਹਾ ਜਾਂਦਾ ਹੈ। ਬਗਲਾ ਭਗਤ ਜੋ ਕਿ ਆਪਣੇ ਭੋਜਨ ਦੀ ਤਲਾਸ਼ ਵਿੱਚ ਪਾਣੀ ਦੇ ਵਿੱਚ ਇੱਕ ਲੱਤ ਦੇ ਭਾਰ ਖੜਾ ਹੁੰਦਾ ਹੈ ਕਿ ਕਦੋਂ ਉਸ ਨੂੰ ਕੋਈ ਮਛਲੀ ਦਿਖਾਈ ਦੇਵੇ ਤੇ ਉਹ ਆਪਣਾ ਭੋਜਨ ਕਰ ਸਕੇ। ਕਿਤੇ ਚਿੜੀਆਂ ਦੇ ਝੁੰਡ ਚੱਕੀ ਰਾਹਾ ਖਾਵੇ ਸੁੰਡ, ਕਿਤੇ ਪੈਲਾਂ ਪਾਉਂਦੇ ਮੋਰ ਵੇਖੋ ਖੰਭਾਂ ਨੂੰ ਖਿਲਾਰ। ਇਸੇ ਤਰ੍ਹਾਂ ਬੱਚਿਓ, ਬਹੁਤ ਸਾਰੀਆਂ ਚਿੜੀਆਂ ਜਦੋਂ ਇਕੱਠੀਆਂ ਹੁੰਦੀਆਂ ਹਨ ਤਾਂ ਉਸ ਨੂੰ ਝੁੰਡ ਕਿਹਾ ਜਾਂਦਾ ਹੈ। ਚੱਕੀ ਰਾਹਾ ਇੱਕ ਪੰਛੀ ਹੈ ਜੋ ਦਰਖਤਾਂ ਦੇ ਤਣੇ ਤੋਂ ਕੀੜੇ ਖਾਂਦਾ ਹੈ। ਕਿਤੇ ਪੈਲਾਂ ਪਾਉਂਦੇ ਮੋਰ ਵੇਖੋ ਖੰਭਾਂ ਨੂੰ ਖਿਲਾਰ। ਬੱਚਿਓ, ਤੁਸੀਂ ਇਹ ਬਹੁਤ ਹੀ ਸੋਹਣਾ ਪੰਛੀ ਜਿਹੜਾ ਕਿ ਮੋਰ ਹੈ, ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਇਹ ਆਪਣੇ ਖੰਭਾਂ ਨੂੰ ਖਿਲਾਰ ਕੇ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਕਿਤੇ ਬੁਲਬੁਲਾਂ ਦਾ ਗੀਤ ਮਿੱਠਾ ਮਿੱਠਾ ਸੰਗੀਤ, ਕਿਤੇ ਗੀਤ ਗਾਵੇ ਕੋਇਲ ਜਦੋਂ ਆਉਂਦੀ ਹੈ ਬਹਾਰ। ਇਸੇ ਤਰ੍ਹਾਂ ਬੱਚਿਓ, ਇਹ ਪੰਛੀ ਬੁਲਬੁਲ ਜੋ ਕਿ ਜਦ ਬੋਲਦੀ ਹੈ ਤਾਂ ਉਸ ਦੀ ਆਵਾਜ਼ ਬੜੀ ਸੁਰੀਲੀ ਹੁੰਦੀ ਹੈ। ਕੋਇਲ ਵੀ ਜਦੋਂ ਬਾਗਾਂ ਦੇ ਵਿੱਚ ਬੋਲਦੀ ਹੈ ਤਾਂ ਉਸ ਦਾ ਜੋ ਆਵਾਜ਼ ਦਾ ਸੰਗੀਤ ਹੁੰਦਾ ਹੈ ਉਹ ਮਨ ਨੂੰ ਬਹੁਤ ਚੰਗਾ ਲੱਗਦਾ ਹੈ। ਕਿਤੇ ਤਿੱਤਰ ਬਟੇਰੇ ਮੱਲੇ ਕਾਵਾਂ ਨੇ ਬਨੇਰੇ, ਕਿਤੇ ਉੱਲੂ ਹੈ ਬੈਠਾ ਰਾਤ ਦਾ ਹੈ ਕਰੇ ਇੰਤਜ਼ਾਰ। ਸੋ ਬੱਚਿਓ, ਜਿਵੇਂ ਬਹੁਤ ਸਾਰੇ ਪੰਛੀ ਦਿਨ ਦੇ ਟਾਈਮ ਸਾਨੂੰ ਦਿਖਾਈ ਦਿੰਦੇ ਹਨ, ਇਸੇ ਤਰ੍ਹਾਂ ਇੱਕ ਉੱਲੂ ਪੰਛੀ ਜਿਹੜਾ ਕਿ ਰਾਤ ਨੂੰ ਆਪਣਾ ਸ਼ਿਕਾਰ ਕਰਦਾ ਹੈ, ਆਪਣਾ ਭੋਜਨ ਕਰਦਾ ਹੈ, ਉਹ ਦਿਨ ਦੇ ਟਾਈਮ ਬਿਲਕੁਲ ਸ਼ਾਂਤ ਬੈਠਾ ਰਹਿੰਦਾ ਹੈ ਅਤੇ ਰਾਤ ਨੂੰ ਹੀ ਜ਼ਿਆਦਾ ਉੱਡਦਾ ਹੈ ਅਤੇ ਆਪਣਾ ਭੋਜਨ ਕਰਦਾ ਹੈ।
ਕਿਤੇ ਉੱਡਦੇ ਨੇ ਬਾਜ, ਕਿਤੇ ਗਿਰ ਜਾਂਦਾ ਰਾਜ, ਵੇਖੋ ਕਿੰਨਾ ਸੋਹਣਾ ਲੱਗਦਾ ਇਹ ਪੰਛੀ ਸੰਸਾਰ। ਇਸੇ ਤਰ੍ਹਾਂ ਬੱਚਿਓ, ਅਸੀਂ ਉੱਚੇ ਅਸਮਾਨ ਦੇ ਵਿੱਚ ਬਾਜ ਰੂਪੀ ਪੰਛੀ ਨੂੰ ਉੱਡਦੇ ਵੇਖਿਆ ਹੋਵੇਗਾ, ਜੋ ਕਿ ਬਹੁਤ ਉੱਚਾ ਉੱਡਦਾ ਹੈ। ਇਸੇ ਤਰ੍ਹਾਂ ਗਿਰਜਾਂ ਜੋ ਕਿ ਅਸਮਾਨ ਦੇ ਵਿੱਚ ਉੱਡਦੀਆਂ ਹਨ। ਇਹ ਸਾਰਾ ਕੁਝ ਵੇਖ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਇਹ ਪੰਛੀ ਕਿਵੇਂ ਖੁਸ਼ੀ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਹਨ। ਪੰਛੀ ਹੁੰਦੇ ਬੇਮਿਸਾਲ, ਰੱਖੋ ਇਹਨਾਂ ਨੂੰ ਸੰਭਾਲ, ਕਦੇ ਭੁੱਲ ਕੇ ਵੀ ਕਰੀਏ ਨਾ ਇਹਨਾਂ ਦਾ ਸ਼ਿਕਾਰ। ਸੋ ਬੱਚੋ, ਇਹ ਜਿਹੜੇ ਪੰਛੀ ਆ, ਇਹ ਸਾਨੂੰ ਕੁਦਰਤ ਦੀ ਦੇਣ ਨੇ। ਸਾਨੂੰ ਕਦੇ ਵੀ ਇਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਇਹਨਾਂ ਨੂੰ ਮਾਰਨਾ ਚਾਹੀਦਾ ਹੈ। ਸੋ ਇਹ ਸੀ ਆਪਣਾ ਕਵਿਤਾ। ਹੁਣ ਅਸੀਂ ਇਸ ਕਵਿਤਾ ਦੇ ਵਿੱਚ ਕੁਝ ਔਖੇ ਸ਼ਬਦਾਂ ਦੇ ਅਰਥ ਦੇਖਦੇ ਹਾਂ। ਇਹ ਹੈ ਪਹਿਲਾ ਸ਼ਬਦ ਗੁਟਕਦੇ, ਦੂਸਰਾ ਸ਼ਬਦ ਹੈ ਝੁੰਡ, ਤੀਸਰਾ ਸ਼ਬਦ ਹੈ ਇੰਤਜ਼ਾਰ, ਚੌਥਾ ਸ਼ਬਦ ਹੈ ਗੋਲੇ ਔਰ ਪੰਜਵਾਂ ਸ਼ਬਦ ਬੇਮਿਸਾਲ। ਹੁਣ ਅਸੀਂ ਇਹਨਾਂ ਦੇ ਅਰਥ ਵੇਖਦੇ ਹਾਂ ਕਿ ਅਰਥ, ਪਹਿਲਾ ਸ਼ਬਦ ਗੁਟਕਦੇ ਦਾ ਅਰਥ ਹੈ ਕਬੂਤਰਾਂ ਦਾ ਬੋਲਣਾ। ਝੁੰਡ, ਝੁੰਡ ਦਾ ਅਰਥ ਪੰਛੀਆਂ ਜਾਂ ਜਾਨਵਰਾਂ ਦਾ ਸਮੂਹ ਹੁੰਦਾ ਹੈ। ਅਗਲਾ ਸ਼ਬਦ ਇੰਤਜ਼ਾਰ ਦਾ ਅਰਥ ਉਡੀਕ ਜਾਂ ਰਾਹ ਤੱਕਣਾ। ਅਗਲਾ ਸ਼ਬਦ ਗੋਲੇ, ਅਰਥ ਹੈ ਜੰਗਲੀ ਕਬੂਤਰ। ਅਗਲਾ ਸ਼ਬਦ ਬੇਮਿਸਾਲ, ਅਰਥ ਹੈ ਅਦੁੱਤੀ ਜਾਂ ਲਾਸਾਨੀ ਜਾਂ ਜਿਸ ਵਰਗਾ ਕੋਈ ਨਾ ਹੋਵੇ। ਸੋ ਇਹ ਇਹਨਾਂ ਸ਼ਬਦਾਂ ਦੇ ਅਰਥ ਹਨ। ਹੁਣ ਅਸੀਂ ਅਗਲਾ ਭਾਗ ਦੇਖਦੇ ਹਾਂ। ਪਾਠ ਅਭਿਆਸ। ਇਸ ਭਾਗ ਵਿੱਚ ਅਸੀਂ ਬੱਚਿਓ ਖਾਲੀ ਸਥਾਨ ਭਰਾਂਗੇ। ਜਿਵੇਂ ਇੱਕ ਪਹਿਲਾ ਵਾਕ ਹੈ, ਕਿਤੇ ਖਾਲੀ ਸਥਾਨ ਖੜਾ ਇੱਕ ਲੱਤ ਭਾਰ। ਦੂਸਰਾ ਹੈ ਮੱਲੇ ਕਾਵਾਂ ਨੇ ਖਾਲੀ ਸਥਾਨ। ਤੀਸਰਾ ਹੈ ਕਿਤੇ ਚਿੜੀਆਂ ਦਾ ਝੁੰਡ ਚੱਕੀ ਰਾਹਾ ਖਾਵੇ ਖਾਲੀ ਸਥਾਨ ਹੈ। ਚੌਥਾ ਕਿਤੇ ਖਾਲੀ ਸਥਾਨ ਦਾ ਗੀਤ ਮਿੱਠਾ ਮਿੱਠਾ ਸੰਗੀਤ। ਸੋ ਬੱਚਿਓ, ਇੱਥੇ ਅਸੀਂ ਕਵਿਤਾ ਦੇ ਵਿੱਚੋਂ ਸ਼ਬਦ ਦੇਖ ਕੇ ਇਨ ਵਾਕਾਂ ਨੂੰ ਪੂਰਾ ਕਰਾਂਗੇ। ਸੋ ਅਸੀਂ ਪਹਿਲਾ ਦੇਖਦੇ ਹਾਂ, ਪਹਿਲੀ ਖਾਲੀ ਸਥਾਨ ਭਰਦੇ ਹਾਂ। ਕਿਤੇ ਖਾਲੀ ਸਥਾਨ, ਇੱਥੇ ਸ਼ਬਦ ਆਏਗਾ ਬਗਲਾ ਭਗਤ। ਹੁਣ ਪੂਰਾ ਵਾਕ ਪੜ੍ਹਦੇ ਹਾਂ। ਕਿਤੇ ਬਗਲਾ ਭਗਤ ਖੜਾ ਇੱਕ ਲੱਤ ਭਾਰ। ਦੂਸਰਾ ਸ਼ਬਦ ਮੱਲੇ ਕਾਵਾਂ ਨੇ ਖਾਲੀ ਸਥਾਨ 'ਚ ਸ਼ਬਦ ਆਵੇਗਾ ਬਨੇਰੇ। ਪੂਰਾ ਵਾਕ ਪੜ੍ਹਦੇ ਹਾਂ। ਮੱਲੇ ਕਾਵਾਂ ਨੇ ਬਨੇਰੇ। ਤੀਸਰਾ ਕਿਤੇ ਚਿੜੀਆਂ ਦਾ ਝੁੰਡ ਚੱਕੀ ਰਾਹ ਖਾਵੇ। ਸ਼ਬਦ ਇੱਥੇ ਆਵੇਗਾ ਸੁੰਡ। ਪੂਰਾ ਵਾਕ ਪੜ੍ਹਦੇ ਹਾਂ। ਕਿਤੇ ਚਿੜੀਆਂ ਦਾ ਝੁੰਡ ਚੱਕੀ ਰਾਹ ਖਾਵੇ ਸੁੰਡ। ਚੌਥਾ ਵਾਕ ਪੜ੍ਹਦੇ ਹਾਂ। ਕਿਤੇ, ਇੱਥੇ ਸ਼ਬਦ ਆਵੇਗਾ ਬੁਲਬੁਲਾਂ। ਕਿਤੇ ਬੁਲਬੁਲਾਂ ਦਾ ਗੀਤ ਮਿੱਠਾ ਮਿੱਠਾ
ਸੰਗੀਤ। ਸੋ ਬੱਚਿਓ ਇਹ ਸੀ ਖਾਲੀ ਸਥਾਨ ਜਿਹੜੇ ਅਸੀਂ ਕਵਿਤਾ ਦੇ ਵਿੱਚੋਂ ਦੇਖ ਕੇ ਭਰ ਸਕਦੇ ਹਾਂ। ਹੁਣ ਅਸੀਂ ਅਗਲਾ ਭਾਗ ਕਰਦੇ ਹਾਂ। ਇਹ ਹੈ ਬੱਚਿਓ ਮਿਲਾਨ ਕਰਨਾ। ਜਿਵੇਂ ਇਹ 5 ਸ਼ਬਦ ਹਨ, ਪੰਛੀਆਂ ਦੇ ਨਾਮ ਹਨ: ਕਬੂਤਰ, ਬੱਤਖ, ਬੱਤਖਾਂ, ਕੂੰਜਾਂ, ਕੋਇਲ, ਮੋਰ। ਦੂਸਰੇ ਪਾਸੇ ਗੀਤ, ਉਡਾਰੀ, ਪੈਲਾਂ, ਤਾਰੀ, ਗੁਟਕਣ। ਹੁਣ ਅਸੀਂ ਇਹਨਾਂ ਨੂੰ ਇਹਨਾਂ ਪੰਛੀਆਂ ਦੀ ਸੰਬੰਧਿਤ ਸ਼ਬਦ ਦੇ ਰਾਹੀਂ ਮਿਲਾਨ ਕਰਦੇ ਹਾਂ। ਜਿਵੇਂ ਪਹਿਲਾ ਸ਼ਬਦ ਹੈ ਕਬੂਤਰ। ਇਸ ਦੇ ਨਾਲ ਅਸੀਂ ਇਹਨਾਂ ਸ਼ਬਦਾਂ ਦੇ ਵਿੱਚੋਂ ਮਿਲਾਨ ਕਰਦੇ ਹਾਂ ਗੁਟਕਣ, ਕਿਉਂਕਿ ਕਬੂਤਰ ਦੀ ਆਵਾਜ਼ ਗੁਟਕਣ ਹੈ, ਇਸ ਕਰਕੇ ਇਹਦਾ ਮਿਲਾਨ ਗੁਟਕਣ। ਦੂਸਰਾ ਬੱਤਖਾਂ। ਇਹਦਾ ਮਿਲਾਨ ਅਸੀਂ ਤਾਰੀ ਦੇ ਨਾਲ ਕਰਾਂਗੇ, ਕਿਉਂਕਿ ਬੱਤਖਾਂ ਪਾਣੀ ਦੇ ਵਿੱਚ ਤੈਰਦੀਆਂ ਹਨ। ਜਦੋਂ ਤੈਰਦੀਆਂ ਹਨ ਤਾਂ ਉਸ ਨੂੰ ਤਾਰੀ ਕਿਹਾ ਜਾਂਦਾ ਹੈ। ਤੀਸਰਾ ਸ਼ਬਦ ਕੂੰਜਾਂ। ਇਸ ਦਾ ਮਿਲਾਨ ਅਸੀਂ ਉਡਾਰੀ ਦੇ ਨਾਲ ਕਰਾਂਗੇ। ਕੂੰਜਾਂ ਜਦੋਂ ਉੱਚੇ ਅਸਮਾਨ ਦੇ ਵਿੱਚ ਉੜਦੀਆਂ ਹਨ ਤਾਂ ਉਸ ਨੂੰ ਉਡਾਰੀ ਕਿਹਾ ਜਾਂਦਾ ਹੈ। ਕੋਇਲ। ਕੋਇਲ ਦਾ ਮਿਲਾਨ ਅਸੀਂ ਗੀਤ ਦੇ ਨਾਲ ਕਰਾਂਗੇ, ਕਿਉਂਕਿ ਕੋਇਲ ਦੀ ਆਵਾਜ਼ ਬੜੀ ਸੁਰੀਲੀ ਹੁੰਦੀ ਹੈ, ਜਿਸ ਨੂੰ ਗੀਤ ਕਿਹਾ ਜਾਂਦਾ ਹੈ। ਮੋਰ। ਇਸ ਦਾ ਮਿਲਾਨ ਅਸੀਂ ਪੈਲਾਂ ਦੇ ਨਾਲ ਕਰਾਂਗੇ। ਮੋਰ ਜਦੋਂ ਬਰਸਾਤ ਦੇ ਮੌਸਮ ਵਿੱਚ ਖੁਸ਼ੀ ਦੇ ਰੌਂ ਵਿੱਚ ਆਪਣੇ ਖੰਭ ਖਿਲਾਰ ਕੇ ਘੁੰਮਦਾ ਹੈ ਤਾਂ ਉਸ ਨੂੰ ਪੈਲਾਂ ਪਾਉਣਾ ਕਿਹਾ ਜਾਂਦਾ ਹੈ। ਇਹ ਸੀ ਮਿਲਾਨ ਵਾਲਾ ਭਾਗ। ਹੁਣ ਅਸੀਂ ਅਗਲਾ ਭਾਗ ਦੇਖਦੇ ਹਾਂ। ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ। ਇਹ 5 ਸ਼ਬਦ ਹਨ। ਪਹਿਲਾ ਹੈ ਗੁਟਕਦੇ, ਦੂਸਰਾ ਹੈ ਇੰਤਜ਼ਾਰ, ਤੀਸਰਾ ਹੈ ਬੱਤਖ, ਚੌਥਾ ਹੈ ਬੇਮਿਸਾਲ, ਪੰਜਵਾਂ ਹੈ ਕੋਇਲ। ਹੁਣ ਅਸੀਂ ਇਹਨਾਂ ਨੂੰ ਹਿੰਦੀ ਭਾਸ਼ਾ ਦੇ ਵਿੱਚ ਦੇਖਦੇ ਹਾਂ ਕਿ ਹਿੰਦੀ ਭਾਸ਼ਾ 'ਚ ਇਹਨਾਂ ਦਾ ਕੀ ਅਰਥ ਹੈ ਜਾਂ ਕਿਵੇਂ ਬੋਲਿਆ ਜਾਂਦਾ ਹੈ। ਗੁਟਕਦੇ ਹਿੰਦੀ ਭਾਸ਼ਾ ਵਿੱਚ ਕਬੂਤਰ ਕੀ ਆਵਾਜ਼। ਦੂਸਰਾ ਸ਼ਬਦ ਪੰਜਾਬੀ ਭਾਸ਼ਾ ਵਿੱਚ ਇੰਤਜ਼ਾਰ, ਹਿੰਦੀ ਭਾਸ਼ਾ ਵਿੱਚ ਵੀ ਇੰਤਜ਼ਾਰ। ਤੀਸਰਾ ਸ਼ਬਦ ਬੱਤਖ, ਹਿੰਦੀ ਵਿੱਚ ਬੱਤਖ। ਅਗਲਾ ਸ਼ਬਦ ਬੇਮਿਸਾਲ, ਹਿੰਦੀ ਵਿੱਚ ਬੇਮਿਸਾਲ। ਅਗਲਾ ਸ਼ਬਦ ਕੋਇਲ, ਹਿੰਦੀ ਵਿੱਚ ਕੋਇਲ। ਸੋ ਇਹ ਭਾਗ ਸਾਡਾ ਪੂਰਾ ਹੋ ਗਿਆ ਹੈ। ਸੋ ਬੱਚਿਓ, ਤੁਸੀਂ ਆਪਣੀ ਮਨਪਸੰਦ ਪੰਛੀਆਂ ਦੇ ਚਿੱਤਰ ਆਪਣੀ ਕਾਪੀ ਵਿੱਚ ਚਿਪਕਾ ਸਕਦੇ ਹੋ। ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਪੰਛੀ ਹੋਰ ਵੀ ਹਨ ਜੋ ਇਸ ਕਵਿਤਾ ਦੇ ਵਿੱਚ ਨਹੀਂ ਨਾ ਆਇਆ। ਸੋ ਅਸੀਂ ਹੋਰ ਵੀ ਪੰਛੀਆਂ ਦੇ ਚਿੱਤਰ ਲੈ ਕੇ ਆਪਣੀ ਕਾਪੀ ਵਿੱਚ ਚਿਪਕਾ ਸਕਾਂਗੇ। ਧੰਨਵਾਦ।